ਸੱਜਣੋ ਤੇ ਮਿੱਤਰੋ, ਤੁਹਾਡਾ ਵੀਰ ਫਕੀਰ ਆਫਤਾਬ ਇਸਲਾਮਾਬਾਦ ਨਿਊਜ਼ ਦੇ ਪਲੇਟਫਾਰਮ ਤੋਂ ਹਾਜ਼ਰ ਹੈ। ਅੱਜ ਅਸੀਂ ਗੱਲ ਕਰਾਂਗੇ ਪੀਟੀਆਈ ਦੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਪਿਛਲੇ 2-3 ਦੇ ਵਿੱਚ ਦੋ ਅਜੀਬੋ-ਗਰੀਬ ਬਿਆਨ ਦਿੱਤੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਸ਼ਹਿਰਯਾਰ ਅਫਰੀਦੀ ਨੇ ਜੀਓ ਦੇ ਇੱਕ ਪ੍ਰੋਗਰਾਮ ਸ਼ਹਜ਼ਾਦ ਇਕਬਾਲ ਦੇ ਇੱਕ ਪ੍ਰੋਗਰਾਮ ਦੇ ਵਿੱਚ ਬੈਠਿਆ ਹੈ ਗੱਲ ਕੀਤੀ ਹੈ ਕਿ ਜੀ ਅਸੀਂ ਅਗਰ ਮੁਜ਼ਾਕਰਾਤ ਕਰਾਂਗੇ ਤੇ ਉਹ ਆਰਮੀ ਚੀਫ ਨਾਲ ਜਾਂ DGISI ਨਾਲ ਕਰਾਂਗੇ। ਤੇ ਉਸ ਤੋਂ ਕੁਝ ਟਾਈਮ ਬਾਅਦ ਸ਼ਿਬਲੀ ਫਰਾਜ਼ ਜਿਹੜਾ ਹੈ ਉਹ ਮੀਡੀਆ ਨਾਲ ਉਹਨੇ ਗੁਫ਼ਤਗੂ ਕੀਤੀ ਹੈ ਤੇ ਉਹਨੇ ਆ ਕੇ ਕਿਹਾ ਜੀ ਕਿ ਅਸੀਂ ਜਿਹੜਾ ਨਾ ਖਾਨ ਸਾਹਿਬ ਨੇ ਕਿਹਾ ਜੀ ਕਿ ਅਸੀਂ ਸਿਆਸੀ ਜਮਾਤਾਂ ਨਾਲ ਵੀ ਮੁਜ਼ਾਕਰਾਤ ਕਰਾਂਗੇ, ਫੌਜ ਨਾਲ ਵੀ ਕਰਾਂਗੇ। ਉਸ ਤੋਂ ਬਾਅਦ ਰਊਫ ਸਾਹਿਬ ਜਿਹੜੇ ਨੇ ਕੋਈ ਇੱਕ ਉਹ ਵੀ ਸ਼ਹਜ਼ਾਦ ਇਕਬਾਲ ਦੇ ਪ੍ਰੋਗਰਾਮ ਵਿੱਚ ਆਏ PTI ਦੇ। ਉਹ ਕਹਿੰਦੇ ਨੇ ਜੀ ਕਿ ਅਸੀਂ ਤਾਂ ਪਿਛਲੇ ਸਵਾ ਸਾਲ ਤੋਂ ਲੱਗੇ ਹਾਂ ਕਿ ਮੁਜ਼ਾਕਰਾਤ ਕਰੀਏ। ਔਰ ਅਜੀਬ ਬਿਆਨ ਨੇ। ਔਰ ਦੂਸਰਾ ਜਿਹੜਾ ਵਜ਼ੀਰ ਆਲਾ ਬਣਾਇਆ ਇਮਰਾਨ ਖਾਨ ਨੇ ਅਲੀ ਅਮੀਨ ਗੰਡਾਪੁਰ KPK ਦਾ, ਉਹਨੇ ਜਨਾਬ ਕਿਹਾ ਜੀ ਕਿ ਅਸੀਂ ਇਸਲਾਮਾਬਾਦ ਤੇ ਕਬਜ਼ਾ ਕਰ ਲਵਾਂਗੇ, ਇਹ ਸੂਬਾ ਨਿਕਲੇਗਾ ਤੇ ਅਸੀਂ ਇਸਲਾਮਾਬਾਦ ਤੇ ਕਬਜ਼ਾ ਕਰ ਲਵਾਂਗੇ ਔਰ ਇਮਰਾਨ ਖਾਨ ਨੂੰ ਅਸੀਂ ਛੁਡਾ ਕੇ ਲੈ ਆਵਾਂਗੇ। ਇੰਜ ਵੈਸੇ ਹੁੰਦਾ ਹੈ ਵੇ, ਉਹ ਫਿਲਮਾਂ ਵਿੱਚ ਹੁੰਦਾ ਹੈ, ਡਰਾਮਿਆਂ ਵਿੱਚ ਹੁੰਦਾ ਹੈ, ਹਕੀਕਤ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਤੇ ਬਾਕੀ ਅਲੀ ਅਮੀਨ ਗੰਡਾਪੁਰ ਤੇ ਇੱਕ ਸਾਫੀ ਨੇ ਸਵਾਲ ਕੀਤਾ ਜੀ ਕਿ ਵਜ਼ੀਰ ਆਲਾ ਮਰੀਮ ਨਵਾਜ਼ ਜਿਹੜੀ ਹੈ ਉਹਨੇ ਪੁਲਿਸ ਦੀ ਵਰਦੀ ਪਾਈ ਹੈ ਔਰ ਪਾਸਿੰਗ ਆਊਟ ਦੇ ਵਿੱਚ, ਤੇ ਉਹਦੇ ਤੇ ਤੁਸੀਂ ਕੀ ਕਹਿੰਦੇ ਹੋ? ਤੇ ਉਹ ਕਹਿੰਦਾ ਨਾ, ਬਲਕਿ ਉਹਨੇ ਕਿਹਾ ਜੀ ਕਿ ਤੁਸੀਂ ਵੀ ਕਿਆ ਵਰਦੀ ਪਾਓਗੇ? ਉਹਨੇ ਕਿਹਾ ਜੀ ਮਰੀਮ ਨਵਾਜ਼ ਹੋਰ ਬੜੇ ਕੰਮ ਕਰਦੀ ਹੈ। ਯਾਰ ਕਿੰਨੇ ਗੈਰ ਇਖਲਾਕੀ ਗੁਫ਼ਤਗੂ ਜਿਹੜੀ ਹੈ ਉਹ ਕਰਦੇ ਨੇ ਸਿਆਸੀ ਲੋਕ, ਖਾਸ ਕਰਕੇ PTI ਦਾ ਵਤੀਰਾ ਹੈ। ਹੁਣ ਤੁਸੀਂ ਇਹ ਵੇਖੋ ਕਿ ਇੱਥੇ ਲੋਕਾਂ ਨੇ ਹਾਲ ਪਾਈ ਹੈ ਜੀ, ਉਹ ਖਾਨ ਜੀ ਡਟ ਗਿਆ, ਖਾਨ ਜੀ ਡਟ ਗਿਆ, ਖਾਨ ਨਹੀਂ ਕੋਈ ਇੱਧਰ ਉੱਧਰ ਹੋ ਰਿਹਾ, ਖਾਨ ਚੰਗਾ ਡਟਿਆ ਹੈ। ਖਾਨ ਜਿਹੜਾ ਹੈ ਉਹ ਫੌਜ ਦਾ ਜਿਹੜਾ ਸਿਆਸੀ ਕਿਰਦਾਰ ਹੈ ਉਹ ਖਤਮ ਕਰਨ ਦੀ ਬਜਾਏ ਉਹਨੂੰ ਦੁਬਾਰਾ ਸਟਰਾਂਗ ਕਰਨ ਦੀ ਕੋਸ਼ਿਸ਼ ਕਰ ਰਿਹਾ। ਵੇਖੋ, ਜਦੋਂ ਤੁਸੀਂ ਸਿਆਸੀ ਗੁਫ਼ਤਗੂ ਕਰਨੀ ਹੈ ਨਾ, ਉਹ ਫਿਰ ਉਹਦਾ ਪਲੇਟਫਾਰਮ ਪਾਰਲੀਮੈਂਟ ਹੀ ਹੈ, ਉਹ ਫੌਜ ਨਹੀਂ ਹੈ। ਤੇ ਤੁਸੀਂ ਬਾਰ-ਬਾਰ ਜਦੋਂ ਕਹੋਗੇ ਕਿ ਅਸੀਂ ਫੌਜ ਨੂੰ ਲਿਆਉਣਾ, ਫੌਜ ਨੂੰ ਲਿਆਉਣਾ, ਫੌਜ ਨਾਲ ਹੀ ਸਾਡੀ ਹੋਏਗੀ ਗੱਲ, ਕਿਉਂਕਿ ਖਾਨ ਸਾਹਿਬ ਨੂੰ ਆਦਤ ਪਈ ਹੈ ਨਾ, ਉਸੇ ਉਹਨਾਂ ਮੋਢਿਆਂ ਤੇ ਬਹਿ ਕੇ ਆਏ ਨੇ। ਫਿਰ ਉਹਨਾਂ ਨੂੰ ਦਿਲ ਹੈ ਕਿ ਪਾਰਲੀਮੈਂਟ ਨੂੰ ਤਾਂ ਉਹਨੇ ਬਹੁਤ ਗਾਲਾਂ ਕੱਢੀਆਂ ਨੇ ਖਾਨ ਨੂੰ, ਧਰਨਿਆਂ ਦੇ ਦਿਨਾਂ 'ਚ ਪਾਰਲੀਮੈਂਟ ਨੂੰ ਗਾਲਾਂ ਕੱਢਦਾ ਰਿਹਾ। ਫਿਰ ਇਹ ਪਾਰਲੀਮੈਂਟ ਵਜ਼ੀਰ ਆਜ਼ਮ ਬਣਿਆ, ਪਾਰਲੀਮੈਂਟ ਆਉਂਦਾ ਹੀ ਨਹੀਂ ਸੀ। ਉਹਦੇ ਨਜ਼ਦੀਕ ਤਾਂ ਪਾਰਲੀਮੈਂਟ ਕੋਈ ਚੀਜ਼ ਨਹੀਂ ਹੈ। ਉਹਦੇ ਨਜ਼ਦੀਕ ਇਹ ਹੀ ਹੈ ਕਿ ਬਸ ਫੌਜੀਆਂ ਨਾਲ ਸੀਟੀ ਰਲਾਓ ਤੇ ਸਿਆਸਤ ਕਰੋ। ਤੇ ਕੋਈ ਇਨਕਲਾਬੀ ਨਹੀਂ ਖਾਨ, ਕੋਈ ਇਹ ਜਿਹੜਾ ਗੱਲ ਕਰਦੇ ਨੇ ਜੀ ਕਿ ਸਿਸਟਮ ਨੂੰ ਨੰਗਾ ਕਰ ਦਿੱਤਾ ਇਮਰਾਨ ਖਾਨ ਨੇ। ਭਾਈ ਸਿਸਟਮ ਤਾਂ ਅੱਜ ਦਾ ਨੰਗਾ ਨਹੀਂ, ਜਿੱਥੇ ਬਾਨੀਏ ਪਾਕਿਸਤਾਨ ਦੀ ਭੈਣ ਨੂੰ ਗੱਦਾਰ ਕਿਹਾ ਜਾਏ, ਸਿਸਟਮ ਤਾਂ ਉੱਥੇ ਹੀ ਨੰਗਾ ਹੋ ਗਿਆ। ਫਿਰ ਭੁੱਟੋ ਦੀ ਫਾਂਸੀ, ਸਿਸਟਮ ਤਾਂ ਉੱਥੇ ਵੀ ਨੰਗਾ ਹੋ ਗਿਆ। ਫਿਰ ਲਿਆਕਤ ਅਲੀ ਖਾਨ ਦਾ ਕਤਲ, ਸਿਸਟਮ ਤਾਂ ਉੱਥੇ ਵੀ ਨੰਗਾ ਹੋ ਗਿਆ। ਫਿਰ ਬੇਨਜ਼ੀਰ ਦੀ ਸ਼ਹਾਦਤ, ਸਿਸਟਮ ਤਾਂ ਉੱਥੇ ਹੀ ਨੰਗਾ ਹੋ ਗਿਆ। ਜਿਹੜੇ ਲੋਕ ਕਹਿੰਦੇ ਨੇ ਕਿ ਜੀ ਖਾਨ ਨੇ ਸਿਸਟਮ ਨੂੰ ਨੰਗਾ ਕਰਤਾ ਹੈ, ਭਾਈ ਖਾਨ ਨੇ ਸਿਸਟਮ ਨੂੰ ਨੰਗਾ ਨਹੀਂ ਕੀਤਾ। ਖਾਨ ਜਿਹੜਾ ਹੈ ਉਹ ਉਂਝ ਹੀ ਪਾਗਲ ਹੋਇਆ ਹੈ। ਮੈਂ ਤਾਂ ਕੁਝ ਦਿਨ ਪਹਿਲੇ ਇੱਕ ਵੀਡੀਓ ਬਣਾਈ ਸੀ, ਉਹਦੇ ਤੇ ਥੰਬਨੇਲ ਹੀ ਮੇਰਾ ਆਇਆ ਸੀ कि PTI वाले पागलपन का शिकार। तो ये तो भाई मेरे पागलपन का शिकार हो गए। PTI ਮੈਨੂੰ ਇੰਝ ਲੱਗਦਾ ਹੈ ਕਿ ਅੱਗੋਂ ਸਾਨੂੰ ਕਿਸੇ ਨਫਸਿਆਤੀ ਹਸਪਤਾਲਾਂ ਦੇ ਵਿੱਚ ਮਿਲਣੇ ਨੇ PTI ਦੇ ਲੀਡਰ ਜਿਹੜੇ ਨੇ ਨਾ ਹੁਣ ਸਾਨੂੰ, ਕਿਉਂਕਿ ਇਹ ਤਾਂ ਪਾਗਲ ਹੋਏ ਪਏ। ਮੈਂ ਤਾਂ ਇਹੀ ਸਮਝਦਾ ਵਾਂ ਕਿ ਜਿਹੜਾ ਬੰਦਾ ਗੱਲ ਹੀ ਇੱਕ ਨਹੀਂ ਕਰਦਾ, ਅਗਲੇ ਟਾਈਮ ਹੋਰ, ਪਿਛਲੇ ਟਾਈਮ ਹੋਰ, ਉਹ ਜਨਾਬ ਸ਼ਿਬਲੀ ਫਰਾਜ਼ ਹੋਰ ਆ ਕੇ ਗੱਲ ਕਰਦਾ ਹੈ, ਸ਼ਹਿਰਯਾਰ ਅਫਰੀਦੀ ਹੋਰ ਆ ਕੇ ਕਰਦਾ ਹੈ, ਰਊਫ ਹੋਰ ਆ ਕੇ ਕਰਦਾ ਹੈ, ਅਮੀਨ ਗੰਡਾਪੁਰ ਹੋਰ ਆ ਕੇ ਕਰਦਾ ਹੈ, ਤੇ ਖਾਨ ਸਾਹਿਬ ਜਿਹੜੇ ਨੇ ਉਹ ਜੇਲ੍ਹ ਵਿੱਚ ਬਹਿ ਕੇ, ਮੈਨੂੰ ਤਾਂ ਇੰਝ ਲੱਗਦਾ ਹੈ ਕਿ ਉਹ ਜਿਵੇਂ ਖਾਨ ਸਾਹਿਬ ਜ਼ਿਹਨੀ ਮਰੀਜ਼ ਹੋ ਗਏ। ਚਲੋ ਬਹਰਹਾਲ, ਖਾਨ ਸਾਹਿਬ ਤੁਹਾਡੇ ਇਸ ਮਰਜ਼ ਦਾ ਇਲਾਜ ਸਿਰਫ ਔਰ ਸਿਰਫ ਸਿਆਸੀ ਪਾਰਟੀਆਂ ਨੇ
ਪਾਰਲੀਮੈਂਟੇਰੀਅਨ ਨਾਲ ਗੱਲ ਕਰੋਗੇ ਤੇ ਤੁਹਾਡੀ ਕੋਈ ਸੁਣੀ ਜਾਏਗੀ। ਮੈਂ ਤੁਹਾਨੂੰ ਬਾਰ-ਬਾਰ ਪੀਟੀਆਈ ਵਾਲਿਆਂ ਨੂੰ ਇਹੀ ਗੱਲ ਸਮਝਾ ਰਿਹਾ ਕਿ ਤੁਸੀਂ ਪਾਰਲੀਮੈਂਟੇਰੀਅਨ ਦੇ ਨਾਲ ਗੱਲ ਕਰਨੀ ਹੈ ਤੇ ਖਾਨ ਦੇ ਬਾਹਰ ਆਉਣ ਦੀ ਕੋਈ ਕਹਾਣੀ ਬਣਨੀ ਹੈ। ਅਦਰਵਾਈਜ਼ ਭੁੱਲ ਜਾਓ ਖਾਨ ਨੂੰ। ਖਾਨ ਫਿਰ ਤੁਹਾਨੂੰ ਕਿਸੇ ਪਾਗਲਖਾਨੇ 'ਚ ਹੀ ਮਿਲੇਗਾ। ਇਹਦੇ ਨਾਲ ਹੀ ਇਜਾਜ਼ਤ ਚਾਹਨਾ ਵਾ। ਤੇ ਅਗਰ ਵੀਡੀਓ ਪਸੰਦ ਆਵੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ।